Welcome everyone to the online platform of Max Overseas. So Rajiv, we have been discussing about the reading. So ਆਪਾਂ Cambridge 17 start ਕੀਤੀ ਸੀ. So ਅੱਜ ਦਾ ਜਿਹੜਾ ਟੈਸਟ ਹੈਗਾ Cambridge 17 reading 2 ਤੇ ਉਹਦਾ ਪੈਸੇਜ ਜਿਹੜਾ ਹੈਗਾ ਫਰਸਟ ਪੈਸੇਜ ਆਪਾਂ ਡਿਸਕਸ ਕਰਾਂਗੇ. So it's C17 test 2. ਠੀਕ ਹੈ. So ਆਪਣੇ ਕੋਲੇ ਅੱਜ ਦਾ ਜਿਹੜਾ ਹੈਗਾ ਤੁਹਾਡੇ ਕੋਲੇ ਰੀਡਿੰਗ ਹੈਗੀ ਆ ਡੈਡ ਸੀ ਸਕਰੋਲਸ. ਠੀਕ ਹੈ. ਰੀਡਿੰਗ ਪੜ੍ਹਨ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਜਾਵਾਂਗੇ ਰੀਡਿੰਗ ਦੇ ਕੁਐਸਚਨਸ ਵੱਲ. ਸੋ ਆਪਣੇ ਕੋਲੇ ਕੁਐਸਚਨਸ ਕੀ ਕਹਿੰਦੇ ਹੈਗੇ ਆ, ਉਹ ਕਹਿੰਦੇ 90s 46 47 ਤਾਂ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ ਟਾਈਮ ਪੀਰੀਅਡ ਦਾ. ਤਾਂ ਆਪਾਂ ਇਸ ਟਾਈਮ ਪੀਰੀਅਡ ਦਾ ਧਿਆਨ ਰੱਖਾਂਗੇ ਐਂਡ ਦੈਨ ਵਿਲ ਬੀ ਲਾਈਕ ਕਿ ਹਾਂ ਆਹ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਹੈਗਾ ਡਿਸਕਸ਼ਨ ਕੀਤੀ ਜਾ ਰਹੀ ਆ ਹਨਾ. ਤਾਂ ਉਹ ਕਹਿੰਦੇ ਕਿ 3 Bedouin shepherds in their teens were near the opening side of a cliff heard a noise. ਉਹਨਾਂ ਨੇ ਕੀ ਸੁਣਾਈ ਦਿੱਤੀ, ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਆਫ ਬ੍ਰੇਕਿੰਗ, ਕਿਸੇ ਚੀਜ਼ ਦੇ ਟੁੱਟਣ ਦੀ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ. ਵੈਨ ਵਨ ਟੀਨੇਜਰ ਥਰੂ ਅ ਡੈਸ਼, ਜਦੋਂ ਉਹਨਾਂ ਚੋਂ ਇੱਕ ਬੱਚੇ ਨੇ ਕਿਸੇ ਚੀਜ਼ ਨੂੰ ਸੁੱਟਿਆ ਤਾਂ ਉਹਨਾਂ ਨੂੰ ਕੀ ਹੈਗਾ ਕਿਸੇ ਚੀਜ਼ ਦੇ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ. ਠੀਕ ਹੈ. ਟੀਨੇਜਰਸ ਵੈਂਟ ਇਨਟੂ ਡੈਸ਼, ਉਹ ਬੱਚੇ ਕਿਸੇ ਚੀਜ਼ ਦੇ ਅੰਦਰ ਗਏ ਹਨਾ. ਮੈਂ ਕਿਹਾ ਵੀ ਦੇ ਵੈਂਟ ਇਨਟੂ ਅ ਕਲੋਜ਼ੀਅਮ, ਦੇ ਵੈਂਟ ਇਨਟੂ ਐਨ ਆਡੀਟੋਰੀਅਮ, ਕਿਸੇ ਚੀਜ਼ ਦੇ ਅੰਦਰ ਗਏ. ਹੁਣ ਦੇਖੋ ਆਡੀਟੋਰੀਅਮ ਨਹੀਂ, ਚਲੋ ਉਹ ਕਿਸੇ ਚੀਜ਼ ਦੇ ਅੰਦਰ ਐਂਟਰ ਕੀਤੇ. ਐਂਡ ਫਾਊਂਡ ਅ ਨੰਬਰ ਆਫ ਕੰਟੇਨਰਸ. ਕੰਟੇਨਰਸ ਕੀ ਹੋ ਗਏ, ਕੋਈ ਚੀਜ਼ ਜਿਹਦੇ ਵਿੱਚ ਆਪਾਂ ਚੀਜ਼ਾਂ ਪਾ ਕੇ ਰੱਖਦੇ ਆ ਹਨਾ, ਬਾਕਸ ਜਿਹਨੂੰ ਆਪਾਂ ਕਹਿ ਦਿੰਦੇ ਆ. ਤਾਂ ਉਹਨਾਂ ਨੇ ਨੰਬਰ ਆਫ ਕੰਟੇਨਰਸ ਦੇਖੇ ਜਿਹੜੇ ਮੇਡ ਆਫ ਸੀਗੇ. ਆਫ ਕੀ ਹੋ ਗਿਆ, ਕਿਸੇ ਚੀਜ਼ ਤੋਂ ਬਣੇ ਹੋਏ ਸੀ. ਤਾਂ ਉਹਨਾਂ ਨੇ ਉੱਥੇ ਕੀ ਦੇਖੇ, ਨੰਬਰ ਆਫ ਕੰਟੇਨਰਸ ਦੇਖੇ ਜਿਹੜੇ ਕਿਸੇ ਚੀਜ਼ ਤੋਂ ਬਣੇ ਹੋਏ ਸੀਗੇ. ਠੀਕ ਹੈ. ਹੁਣ ਆਪਾਂ ਦੇਖਦੇ ਹੈਗੇ ਟਰੂ ਫਾਲਸ ਕੀ ਹੋ ਸਕਦਾ. ਪਹਿਲਾਂ ਟਰੂ ਫਾਲਸ ਦਿੱਤੇ ਹੁਣ ਆਪਣੇ ਕੋਲੇ. ਸੋ ਟਰੂ ਫਾਲਸ ਚੋਂ ਕੀ ਕਹਿ ਰਹੇ ਹੈਗੇ ਆ, the Bedouin teenagers who found the scrolls were disappointed by how little money they received from them. ਤਾਂ disappoint ਮਤਲਬ ਉਹ ਦੁਖੀ ਹੋ ਗਏ ਹੀ ਇਸ ਚੀਜ਼ ਨੂੰ ਲੈ ਕੇ, ਮਤਲਬ ਨਿਰਾਸ਼ ਹੋ ਗਏ ਹੀ, ਦੁਖੀ ਵੀ ਨਹੀਂ ਨਿਰਾਸ਼ ਹੋਏ ਇਸ ਚੀਜ਼ ਨੂੰ ਲੈ ਕੇ. disappointed ਮਤਲਬ ਨਿਰਾਸ਼ ਹੋਣਾ ਹਨਾ. ਕਿਹੜੀ ਚੀਜ਼ ਨੂੰ ਲੈ ਕੇ ਨਿਰਾਸ਼ ਹੋਏ ਸੀਗੇ ਕਿ ਉਹਨਾਂ ਨੇ ਕਿੰਨੀ ਘੱਟ ਪੈਸੇ ਕਮਾਏ ਹੈਗੇ ਆ. ਉਹਨਾਂ ਹਾਊ ਲਿਟਲ ਮਨੀ ਦੇ ਰਿਸੀਵਡ ਫਰੋਮ ਦੈਮ, ਤਾਂ ਮਤਲਬ ਕੀ ਹੈਗਾ ਕਿ ਉਹ ਜਿਹੜੇ ਸਕਰੋਲਸ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਰਾਈਟ. ਤੇ ਉਸ ਤੋਂ ਬਾਅਦ ਜਿਹੜੀ ਉਹ ਪੈਸੇ ਕਮਾਏ ਉਹਨਾਂ ਨੇ ਉਹਨਾਂ ਨੂੰ ਵੇਚ ਕੇ ਉਸ ਪੈਸਿਆਂ ਤੋਂ ਨਾ ਖੁਸ਼ ਸੀਗੇ. ਉਹਨਾਂ ਨੂੰ ਲੱਗਦਾ ਸੀਗਾ ਕਿ ਦੇ ਸ਼ੁਡ ਹੈਵ ਮੇਡ ਮੋਰ ਮਨੀ ਆਊਟ ਆਫ ਇਟ ਰਾਈਟ. ਦੇਅਰ ਇਜ਼ ਐਨ ਅਗਰੀਮੈਂਟ ਅਮੰਗ ਦਾ ਐਕੈਡੈਮਿਕਸ ਅਬਾਊਟ ਦਾ ਓਰੀਜਨ. ਹੁਣ ਦੇਖੋ ਐਕੈਡੈਮਿਕਸ ਕੌਣ ਹੋ ਗਏ, ਸਕਾਲਰਸ ਹਨਾ, ਜਿਹੜੇ ਰਿਸਰਚਰਸ ਨੇ. ਤਾਂ ਉਹ ਕੀ ਕਹਿੰਦੇ, ਉਹ ਰਿਸਰਚਰਸ ਦੇ ਵਿੱਚ ਇੱਕ ਅਗਰੀਮੈਂਟ ਹੈਗਾ. ਉਹ ਕੀ ਕਹਿੰਦੇ, ਦੇਅਰ ਇਜ਼ ਐਨ ਅਗਰੀਮੈਂਟ, ਇੱਕ ਅਗਰੀਮੈਂਟ ਹੈਗਾ ਅਮੰਗ ਐਕੈਡੈਮਿਕਸ ਅਬਾਊਟ ਦਾ ਓਰੀਜਨ. ਤਾਂ ਓਰੀਜਨ ਦਾ ਮਤਲਬ ਕੀ ਹੋ ਗਿਆ ਕਿ ਉਹ ਡੈਡ ਸੀ ਸਕਰੋਲਸ ਕਿੱਥੋਂ ਆਏ ਆ ਹਨਾ, ਕਿਹੜੀ ਸੱਭਿਅਤਾ ਦੇ ਲੋਕਾਂ ਨੇ ਲਿਖੇ ਹੈਗੇ ਆ ਜਾਂ ਕਿਹੜੀ ਸਿਟੀ 'ਚ ਉਹਨਾਂ ਨੂੰ ਲਿਖਿਆ ਗਿਆ ਆ. ਉਸ ਚੀਜ਼ ਨੂੰ ਲੈ ਕੇ ਇੱਕ ਅਗਰੀਮੈਂਟ ਹੈਗਾ ਸਕਾਲਰਸ ਦੇ ਵਿੱਚ, ਮਤਲਬ ਸਾਰੇ ਮੰਨਦੇ ਹੈਗੇ ਆ, ਸਹਿਮਤ ਆ ਵੀ ਹਾਂ ਇਸ ਪਰਟੀਕੂਲਰ ਪਲੇਸ ਦੇ ਉੱਤੋਂ ਜਿਹੜੇ ਹੈਗੇ ਆ ਇਹ ਸਕਰੋਲਸ ਆਏ ਆ. ਤਾਂ ਆਪਣੇ ਕੋਲੇ ਸੈਕਿੰਡ ਆਇਆ. ਹੁਣ ਆਪਾਂ ਪੜ੍ਹਦੇ ਹੈਗੇ ਆਪਣਾ ਪੈਰਾਗ੍ਰਾਫ. ਤਾਂ ਉਹ ਕਹਿੰਦੇ ਇਨ ਲੇਟ 1946 ਐਂਡ ਅਰਲੀ 1947 3 Bedouin teenagers were tending their goats. ਤਾਂ ਮਤਲਬ ਕੀ ਕਰ ਰਹੇ ਸੀ, 3 ਟੀਨੇਜਰਸ ਆਪਦੀਆਂ ਬੱਕਰੀਆਂ ਤੇ ਭੇਡਾਂ ਚਰਾ ਰਹੇ ਸੀ. goats and sheep near the ancient settlement of Qumran located in the northwest shore of Dead Sea, what is now known as the West Bank. ਤਾਂ ਜਿਹੜਾ ਅੱਜ ਦੇ ਟਾਈਮ ਦਾ ਵੈਸਟ ਬੈਂਕ ਹੈਗਾ, ਡੈਡ ਸੀ ਦਾ ਬੈਂਕ ਕੀ ਹੋ ਗਿਆ, ਕਿਨਾਰਾ. ਡੈਡ ਸੀ ਕੀ ਹੈ, ਸਮੁੰਦਰ ਦਾ ਨਾਮ ਹੈ. ਤਾਂ ਉਹ ਕਹਿੰਦੇ ਜਿਹੜੇ ਸਮੁੰਦਰ ਦੇ ਕਿਨਾਰੇ 3 ਬੱਚੇ ਜਿਹੜੇ ਕੀ ਕਰ ਰਹੇ ਸੀ, ਆਪਦੇ ਪਸ਼ੂ ਚਰਾ ਰਹੇ ਸੀ, ਭੇਡਾਂ ਬੱਕਰੀਆਂ. ਵਨ ਆਫ ਥੀਸ ਯੰਗ ਸ਼ੈਪਰਡਸ. ਤਾਂ ਹੁਣ ਇਹ ਤਿੰਨ ਬੱਚਿਆਂ ਚੋਂ ਇੱਕ ਬੱਚੇ ਨੇ ਕੀ ਕੀਤਾ, ਟੌਸਡ ਅ ਰੌਕ ਇਨਟੂ ਐਨ ਓਪਨਿੰਗ, ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹ ਪਹਾੜਾਂ ਵਾਲੀ ਕਾਈਂਡ ਦੀ ਜਗ੍ਹਾ ਤੇ ਸੀ ਤੇ ਇੱਕ ਬੱਚੇ ਨੇ ਆਪਦਾ ਪੱਥਰ ਸੁੱਟਿਆ. ਠੀਕ ਹੈ. ਟੌਸਡ ਅ ਰੌਕ ਇਨਟੂ, ਹੁਣ ਟੌਸ ਦਾ ਮਤਲਬ ਹੋ ਗਿਆ ਥਰੂ. ਉਹਨੇ ਇੱਕ ਜਿਹੜਾ ਹੈਗਾ ਪੱਥਰ ਸੁੱਟਿਆ ਔਨ ਦ ਸਾਈਡ ਆਫ ਅ ਕਲਿਫ ਐਂਡ ਵਾਜ਼ ਸਰਪ੍ਰਾਈਜ਼ ਟੂ ਹੀਅਰ ਅ ਸ਼ੈਟਰਿੰਗ ਸਾਊਂਡ. ਸ਼ੈਟਰ ਕੀ ਹੋ ਗਿਆ, ਕਿਸੇ ਚੀਜ਼ ਦਾ ਟੁੱਟਣਾ. ਤਾਂ ਉਹ ਬੱਚਾ ਸਰਪ੍ਰਾਈਜ਼ ਹੋ ਗਿਆ ਜਦੋਂ ਉਹਨੇ ਪੱਥਰ ਮਾਰਿਆ ਤਾਂ ਉਹਨੂੰ ਕਿਸੇ ਚੀਜ਼ ਦੇ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ ਹਨਾ. ਤਾਂ ਆਪਣੇ ਕੋਲ ਆਹੀ ਤਾਂ ਕੀਵਰਡ ਸੀਗੇ. ਦੇਖੋ ਆਪਣੀਆਂ ਤੁਹਾਡੀਆਂ ਫਿਲ ਇਨ ਦਾ ਬਲੈਂਕਸ ਦੇ ਵਿੱਚ. ਤਾਂ ਉਹ ਕਹਿੰਦੇ 1946 1947 ਦੀ ਗੱਲ ਹੋ ਰਹੀ ਹੈ. 3 ਸ਼ੈਪਰਡ ਸੀਗੇ ਤੇ ਇੱਕ ਓਪਨਿੰਗ ਸਾਈਡ ਤੇ ਸੀ ਕਲਿਫ ਦੇ. ਠੀਕ ਹੈ. ਹਰਡ ਅ ਨੋਇਸ ਆਫ ਬ੍ਰੇਕਿੰਗ. ਬ੍ਰੇਕਿੰਗ ਦਾ ਵਰਡ ਉੱਥੇ ਉਹਨਾਂ ਨੇ ਕੀ ਲਿਖਿਆ, ਸਾਊਂਡ ਆਫ
ऑफ शैटरिंग या शैटरिंग साउंड। ਤਾਂ ਉਹਨਾਂ ਨੇ ਉੱਥੇ ਇੱਕ ਸ਼ੈਟਰਿੰਗ ਸਾਊਂਡ ਸੁਣੀ, ਕਿਸੇ ਚੀਜ਼ ਦੇ ਟੁੱਟਣ ਦੀ ਆਵਾਜ਼ ਸੁਣੀ। when one teenagers threw ਇੱਕ ਬੱਚੇ ਨੇ ਕਿਸੇ ਚੀਜ਼ ਨੂੰ ਸੁੱਟਿਆ ਸੀ। ਕਿਹੜੀ ਚੀਜ਼ ਸੁੱਟੀ ਸੀ ਬੱਚੇ ਨੇ? ਰੌਕ ਸੁੱਟੀ ਸੀ, ਪੱਥਰ ਮਾਰਿਆ ਸੀ, ਹਨਾ। ਉਸ ਤੋਂ ਬਾਅਦ ਉਹ ਕੀ ਕਹਿੰਦੇ, teenagers went into the dash, teenagers ਕਿਸੇ ਜਗ੍ਹਾ ਦੇ ਅੰਦਰ ਐਂਟਰ ਕੀਤੇ। he and his companion ਮਤਲਬ ਉਹ ਤਿੰਨੋਂ ਜਣੇ later entered the cave, ਉਹਨਾਂ ਨੇ ਕਾਹਦੇ ਚ ਐਂਟਰ ਕੀਤਾ? ਇੱਕ ਗੁਫਾ ਦੇ। went into ਤੇ ਜਗ੍ਹਾ ਤੇ ਇੱਥੇ ਕੀ ਵਰਡ ਯੂਜ਼ ਕੀਤਾ ਗਿਆ? ਤੁਹਾਡਾ ਵਰਡ ਐਂਟਰਡ। ਉੱਥੇ ਆਪਾਂ ਕੀ ਵਰਡ ਯੂਜ਼ ਕੀਤਾ ਆ? went into। ਤਾਂ ਉਹ ਤਿੰਨੋਂ ਬੱਚੇ ਜਿਹੜੇ ਹੈਗੇ ਆ ਕਿਸੇ ਚੀਜ਼ ਦੇ ਅੰਦਰ ਐਂਟਰ ਕੀਤੇ। ਉਹ ਕੀ ਸੀ? ਇੱਕ ਕੇਵ ਸੀਗੀ। and stumbled across a collection of large clay jars। ਹੁਣ ਦੇਖੋ stumbled across ਦਾ ਮਤਲਬ ਕੀ ਹੋ ਗਿਆ? stumbled upon ਜਾਂ stumble across ਆਪਾਂ ਕਿਸੇ ਚੀਜ਼ ਨੂੰ ਮਤਲਬ ਟਰਮ ਨੂੰ ਆਪਾਂ ਉਦੋਂ ਯੂਜ਼ ਕਰਦੇ ਆ when you find something accidentally, ਠੀਕ ਹੈ। ਤੁਹਾਨੂੰ ਕੋਈ ਚੀਜ਼ ਅਚਾਨਕ ਤੋਂ ਮਿਲ ਗਈ, you were not expecting that, ਤਾਂ ਉਦੋਂ ਆਪਾਂ ਕਹਿਣੇ ਹੈਗੇ ਆ stumbled across, ਠੀਕ ਹੈ। ਤਾਂ ਹੁਣ ਇਹ ਬੱਚੇ ਜਿਹੜਾ ਹੈਗਾ ਐਕਸਪੈਕਟ ਨਹੀਂ ਕਰ ਰਹੇ ਸੀ, ਤਾਂ ਉਹਨਾਂ ਨੂੰ ਉੱਥੇ ਕੀ ਮਿਲੀ? ਇੱਕ ਕਲੈਕਸ਼ਨ ਮਿਲੀ। ਕਾਹਦੀ? ਲਾਰਜ ਕਲੇ ਜਾਰਸ ਦੀ। ਕਲੇ ਕੀ ਹੋ ਗਿਆ? ਮਿੱਟੀ ਦੇ ਬਣੇ। ਜਾਰਸ ਦੇ ਲਈ ਉੱਥੇ ਉਹਨਾਂ ਨੇ ਕੀ ਵਰਡ ਯੂਜ਼ ਕੀਤਾ ਹੈਗਾ? ਇੱਥੇ ਇਹਨਾਂ ਨੇ ਵਰਡ ਜਾਰਸ ਯੂਜ਼ ਕੀਤਾ, ਉੱਥੇ ਵਰਡ ਉਹਨਾਂ ਨੇ ਕੀ ਯੂਜ਼ ਕੀਤਾ ਆ? ਕੰਟੇਨਰਸ। ਜਾਰ ਕੀ ਹੋ ਗਿਆ? ਕੰਟੇਨਰ ਹੋ ਗਿਆ ਜਿਹਦੇ ਚ ਕੋਈ ਚੀਜ਼ ਰੱਖੀ ਜਾਂਦੀ ਹੈ, ਹਨਾ। ਤਾਂ ਕਾਹਦਾ ਬਣਿਆ ਹੋਇਆ ਸੀ ਜਾਰ? ਕਲੇ ਦਾ, ਮਿੱਟੀ ਦਾ ਬਣਿਆ ਹੋਇਆ ਸੀ। ਤਾਂ ਆਪਾਂ ਦੋਨੋਂ ਫਿਲ ਇਨ ਦਾ ਬਲੈਂਕਸ ਆਨਸਰ ਕਰ ਸਕਦੇ ਹਾਂ। ਦੇਖੋ ਤੁਹਾਡੀਆਂ ਫਿਲ ਇਨ ਦਾ ਬਲੈਂਕਸ ਕੀ ਕਹਿ ਰਹੀਆਂ? ਟੀਨੇਜਰਸ ਵੈਂਟ ਇਨਟੂ ਦਾ ਡੈਸ਼, ਕਾਹਦੇ ਚ ਗਏ? ਕੇਵ ਦੇ ਵਿੱਚ ਗਏ, ਠੀਕ ਹੈ। ਐਂਡ ਫਾਊਂਡ ਅ ਨੰਬਰ ਆਫ ਕੰਟੇਨਰਸ, ਕੰਟੇਨਰਸ ਦੇ ਲਈ ਉੱਥੇ ਵਰਡ ਉਹਨਾਂ ਨੇ ਕੀ ਯੂਜ਼ ਕਰ ਲਿਆ? ਜਾਰਸ। ਮੇਡ ਆਫ, ਕਾਹਦੇ ਬਣੇ ਸੀਗੇ? ਕਲੇ ਦੇ, ਮਿੱਟੀ ਦੇ ਬਣੇ ਹੋਏ ਭਾਂਡੇ ਮਿਲੇ ਉਹਨਾਂ ਨੂੰ, ਕਹਿ ਸਕਦੇ ਆ ਜਾਰਸ, ਠੀਕ ਹੈ। ਉਹਨਾਂ ਉਸ ਤੋਂ ਬਾਅਦ ਦੇਖੋ ਅੱਗੇ ਕੀ ਆ ਗਿਆ? ਆ ਡਨ ਹੋ ਗਈ। ਉਹ ਕਹਿੰਦੇ ਦਾ ਸਕਰੋਲਸ ਡੇਟ ਬਿਟਵੀਨ 150 BC to 100 CE। ਹੁਣ ਦੇਖੋ ਆ ਤੁਹਾਡਾ ਕੀਵਰਡ ਆ, ਇਹਦਾ ਮਤਲਬ ਇਹ ਆ ਕਿ ਅਗਲੀ ਫਿਲ ਇਨ ਦਾ ਬਲੈਂਕ ਇਦੋਂ ਬਾਅਦ ਲੱਭਣੀ ਆ, ਇਦੋਂ ਪਹਿਲਾਂ ਨਹੀਂ ਲੱਭਣੀ, ਠੀਕ ਆ। ਹੁਣ ਦੇਖੋ ਆਪਾਂ ਆਪਦੇ ਪੈਰੇ ਚ ਆਉਣੇ ਆ। ਇਦੋਂ ਬਾਅਦ ਤੁਹਾਡੇ ਕੋਲੇ ਕਿਤੇ ਵੀ ਪੈਰੇ ਦੇ ਵਿੱਚ ਆਪਣੇ ਕੋਲੇ ਟਾਈਮ ਪੀਰੀਅਡ ਨਹੀਂ ਦਿੱਤਾ ਗਿਆ, ਤਾਂ ਮਤਲਬ ਫਿਲ ਇਨ ਦਾ ਬਲੈਂਕ ਦਾ ਆਨਸਰ ਤਾਂ ਹੈ ਨਹੀਂ ਇੱਥੇ, ਠੀਕ ਹੈ। ਦੂਸਰਾ ਕੀ ਬਚਿਆ? ਟਰੂ ਫਾਲਸ। ਟਰੂ ਫਾਲਸ ਦੇ ਵਿੱਚ ਆਪਾਂ ਕੀ ਪੜਿਆ ਸੀ ਕਿ ਉਹ ਡਿਸਅਪੁਆਇੰਟ ਹੋ ਗਏ ਸੀ ਉਹ ਮਨੀ ਨੂੰ ਲੈ ਕੇ ਜਿਹੜੀ ਉਹਨਾਂ ਨੂੰ ਮਿਲੀ ਜਦੋਂ ਉਹਨਾਂ ਨੇ ਉਹਨਾਂ ਨੂੰ ਵੇਚਤਾ, ਹਨਾ। ਹੁਣ ਕੀ ਹੋ ਗਿਆ? 7 of which contained scrolls। ਹੁਣ ਇਹਨੂੰ ਆਪਾਂ ਕਹਿੰਦੇ ਸਕਿਮਿੰਗ ਕਰਨੀ ਆ, ਮਤਲਬ ਇਹਦੇ ਉੱਤੋਂ ਦੀ ਉਂਗਲੀ ਲੰਘਾਣੀ ਹੈ, ਠੀਕ ਹੈ। ਤੇ ਤੁਸੀਂ ਦੇਖਣਾ ਆ ਕਦੋਂ ਬੱਚਿਆਂ ਨੇ ਸੈੱਲ ਕੀਤਾ ਉਹਨਾਂ ਨੂੰ ਤੇ ਕੀ ਹੋਇਆ ਉਸ ਤੋਂ ਬਾਅਦ, ਠੀਕ ਹੈ। 7 of which contained scrolls, writing on them the teenagers took the 7 scrolls to nearby town। ਆ ਲੋ ਜੀ, ਬੱਚਿਆਂ ਨੇ ਕੀ ਕੀਤਾ? ਨੇੜਲੇ ਸ਼ਹਿਰ ਲੈ ਗਏ scroll, where they were sold for small sum to local antiquities dealer, ਠੀਕ ਹੈ। ਐਂਟੀਕ ਡੀਲਰ, ਸੌਰੀ। ਤਾਂ ਉਹਨਾਂ ਨੇ ਕੀ ਕੀਤਾ? ਐਂਟੀਕ ਚੀਜ਼ਾਂ ਖਰੀਦਣ ਵਾਲਾ ਪਰਸਨ, ਐਂਟੀਕ ਚੀਜ਼ਾਂ ਜਿਹੜੀਆਂ ਪੁਰਾਣੇ ਜ਼ਮਾਨੇ ਦਾ ਸਮਾਨ ਖਰੀਦਦਾ, ਉਹ ਬੰਦੇ ਨੂੰ ਥੋੜੇ ਜਿਹੇ ਪੈਸਿਆਂ 'ਚ ਸਕਰੋਲ ਵੇਚਦੇ। ਹੁਣ ਦੇਖੋ ਇੱਥੇ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਵੀ ਉਹ ਪੈਸਿਆਂ ਤੋਂ ਉਹਨਾਂ ਨੂੰ ਬੜੀ ਖੁਸ਼ੀ ਹੋਈ ਜਾਂ ਬੜਾ ਦੁੱਖ ਹੋਇਆ, ਹਨਾ। ਆਪਾਂ ਕੀ ਕਰ ਰਹੇ ਸੀ? ਡਿਸਅਪੁਆਇੰਟ ਕਰ ਰਹੇ ਸੀ। ਬੱਚਿਆਂ ਨੇ ਕਿੱਦਾਂ ਫੀਲ ਕੀਤਾ ਉਸ ਚੀਜ਼ ਨੂੰ ਵੇਚਣ ਤੋਂ ਬਾਅਦ, ਉਹ ਚੀਜ਼ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ। ਤਾਂ ਆਪਣੇ ਕੋਲੇ ਜਿਹੜਾ ਤੁਹਾਡੇ ਕੋਲੇ ਫਸਟ ਟਰੂ ਫਾਲਸ ਦਾ ਆਨਸਰ ਸੀ, ਦੇਖੋ ਇੱਥੇ ਇਹਨਾਂ ਨੇ ਕੀ ਕਿਹਾ ਸੀ? ਜਿਹੜੇ ਟੀਨੇਜਰ ਸੀ ਹੂ ਫਾਊਂਡ ਦਾ ਸਕਰੋਲ ਵਰ ਡਿਸਅਪੁਆਇੰਟਡ, ਬੱਚੇ ਕੀ ਹੋ ਗਏ? ਡਿਸਅਪੁਆਇੰਟ ਹੋ ਗਏ, ਨਿਰਾਸ਼ ਹੋ ਗਏ, ਜਦ ਕਿ ਬੱਚਿਆਂ ਦੇ ਇਮੋਸ਼ਨਸ ਬਾਰੇ ਤਾਂ ਆਪਾਂ ਨੂੰ ਗੱਲ ਹੀ ਨਹੀਂ ਕੀਤੀ ਗਈ। ਤਾਂ ਆਪਣਾ ਆਨਸਰ ਕੀ ਆ ਗਿਆ? ਨਾਟ ਗਿਵਨ। ਉਸ ਤੋਂ ਬਾਅਦ ਆ ਗਿਆ देयर इज अग्रीमेंट। ਹੁਣ ਆਪਾਂ ਦੂਸਰਾ ਕੁਐਸਚਨ ਕੀ ਕੀਤਾ ਸੀ ਕਿ ਸਕਾਲਰਸ ਦੇ ਵਿੱਚ ਅਗਰੀਮੈਂਟ ਹੈਗਾ, ਤਾਂ ਆਪਾਂ ਅੱਗੇ ਮੂਵ ਕਰਦੇ ਹਾਂ। ਉਹ ਕੀ ਕਹਿੰਦੇ? the word of a fine spread and Bedequins and archaeologists eventually unearthed the tens of thousands of additional scroll fragments from nearby 10 caves together they make between 800 to 900 manuscripts। ਤਾਂ ਉੱਥੇ ਆਰਕੀਓਲੋਜਿਸਟ ਆ ਗਏ, ਉਹਨਾਂ ਨੇ ਆਪਣਾ ਜਿਹੜੀ ਹੈਗੀ ਮਤਲਬ ਸਕਰੋਲਸ ਨੂੰ ਲੱਭਣਾ ਸ਼ੁਰੂ ਕੀਤਾ। 800-900 ਮੈਨੂਸਕ੍ਰਿਪਟ ਮਿਲ ਗਏ ਉਹਨਾਂ ਨੂੰ। ਇਟ ਸੂਨ ਬਿਕੇਮ ਕਲੀਅਰ ਇਟ ਵਾਸ ਵਨ ਆਫ ਦ ਗ੍ਰੇਟੈਸਟ ਆਰਕੀਓਲੋਜੀਕਲ ਡਿਸਕਵਰੀਜ਼ ਐਵਰ ਮੇਡ। ਤਾਂ ਸਭ ਤੋਂ ਵੱਡੀ ਜਿਹੜੀ ਹੈਗੀ ਆਰਕੀਓਲੋਜੀ ਦੀ ਡਿਸਕਵਰੀ ਸੀ। ਡਨ ਹੋ ਗਿਆ, ਪੜ੍ਹ ਲਿਆ ਆਪਾਂ ਪੈਰਾ। ਮੈਂ ਰੀਡ ਕਰਨ ਦੀ ਆ, ਤੁਸੀਂ ਰੀਡ ਨਹੀਂ ਕਰਨਾ, ਤੁਸੀਂ ਸਿਰਫ ਉੱਪਰ ਦੀ ਉਂਗਲ ਘੁਮਾਉਣੀ ਹੈਗੀ ਆ ਤੇ ਇਹ ਦੇਖਣਾ ਆ। ਇੱਕ ਤਾਂ ਆਪਣੇ ਕੋਲੇ ਕੀਵਰਡਸ, ਹਨਾ, ਜਿਵੇਂ ਆ ਦੇਖੋ
150 BEC कीवर्ड मिल गया तो मतलब इस तो बाद मेरे को जी फिल इन द ब्लैंक का आंसर मिलूगा है ना। तो आपा की क्या द ओरिजिन ऑफ डेड स्क्रॉल विच वर रिटन अराउंड 2000 ईयर्स अगो बिटवीन 150 BEC एंड 700 CE इज स्टिल सब्जेक्ट। हम देखो is still the subject of scholarly debate even today। scholarly ਲਈ ਉਹਨਾਂ ਨੇ ਕਿਹੜੇ word use ਕੀਤੇ ਹੈਗੇ ਆ academics ਪੜ੍ਹੇ ਲਿਖੇ ਲੋਕ ਇੰਟੈਲੀਜੈਂਟ ਪੀਪਲ। ਤਾਂ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ origin ਹੈਗਾ ਉਹਨਾਂ ਨੇ ਕੀ ਕਿਹਾ the origin of dead sea scrolls is ਆ ਜਿਹੜੀ ਆ ਵਾਲੀ ਹੈ ਇਹ ਤੁਹਾਡੀ additional piece of information ਹੈ is still the subject of scholarly debate even today। ਅੱਜ ਦੇ ਟਾਈਮ ਦੇ ਵਿੱਚ ਵੀ ਉਹਨਾਂ ਦਾ origin ਕੀ ਹੈ ਇੱਕ debate ਹੁੰਦੀ ਹੈ debate ਨੂੰ ਆਪਾਂ ਕਹਿੰਦੇ ਹੈਗੇ ਆ ਵਾਦ ਵਿਵਾਦ ठीक है। तो उन्होंने जिहड़ा आपां कह सकते ओरिजिन हैगा कित्थों वो आए हैगे आ वो अज दे टाइम दे विच भी एक चर्चा का विषय हैगा ठीक है। तो आपां नूं इत्थे देखो इन्होंने की कहा सी देयर इज अग्रीमेंट अमंग एकेडमिक्स अग्रीमेंट हैगा नहीं वो हाले भी लड़न दे है ना वाद विवाद करन दे। तो आंसर की हो गया जी तुहाडा फॉल्स। उस तो बाद देखो most of the books of the Bible written on the scrolls are incomplete। ज़्यादातर किताबां most of the books इत्थे most word तुहाडा कीवर्ड है राजे ज़्यादातर किताबां most of the books of the Bible written on the scrolls are incomplete। ज़्यादातर किताबां ਜਿਹੜੀਆਂ बाइबल ਦੀਆਂ किताबां ਜਿਹੜੀਆਂ scrolls ਦੇ ਉੱਤੇ ਲਿਖੀਆਂ ਗਈਆਂ ਨੇ ਉਹ ਇਨਕੰਪਲੀਟ ਨੇ। ਹੁਣ ਆਪਾਂ ਆ ਵੀ ਪੜ੍ਹ ਲੈਂਦੇ ਹਾਂ ਕਿਉਂਕਿ ਆ ਕੀਵਰਡ ਵੀ ਆਪਾਂ ਨੂੰ ਲੱਭ ਗਿਆ ਹੈ ਨਾ। ਥੌਟ ਟੂ ਹੈਵ ਸੋਚਿਆ ਗਿਆ ਹੈ ਟੂ ਹੈਵ ਬੀਨ ਰਿਟਨ ਬਾय ਗਰੁੱਪ ਆਫ ਪੀਪਲ ਨੋਨ ਐਜ਼ ਤਾਂ ਲੋਕਾਂ ਨੂੰ ਕਿਸੇ ਨਾਮ ਦੁਆਰਾ ਜਾਣਿਆ ਜਾਂਦਾ ਹੋਊਗਾ ਜਿਨ੍ਹਾਂ ਨੇ ਉਹ ਸਕਰੋਲਸ ਨੂੰ ਲਿਖਿਆ ਠੀਕ ਹੈ। ਅਬੋਰੀਜਨਲ ਪੀਪਲ ਹੈ ਨਾ ਜਿੱਦਾਂ ਮੌਰੀ ਪੀਪਲ ਤਾਂ ਉਹਨਾਂ ਨੂੰ ਕਿਸੇ ਨਾਮ ਨਾਲ ਜਾਣਿਆ ਜਾਂਦਾ ਹੋਊਗਾ ਜਿਨ੍ਹਾਂ ਨੇ ਕੀ ਕੀਤੇ ਹੈਗੇ ਆ ਉਹ ਜਿਹੜੇ ਸਕਰੋਲਸ ਆ ਉਹ ਲਿਖੇ ਆ। ਤਾਂ ਆਪਾਂ ਦੇਖਦੇ ਹਾਂ ਕੀ ਕਹਿੰਦੇ ਅਕੋਰਡਿੰਗ ਟੂ ਦ ਪ੍ਰੀਵੇਲਿੰਗ ਥਿਊਰੀ ਪ੍ਰੀਵੇਲਿੰਗ ਜਿਹੜੀ ਚੀਜ਼ ਆਪਾਂ ਕਹਿ ਸਕਦੇ ਹੁੰਦੇ ਪ੍ਰੀਵੇਲਿੰਗ ਥਿਊਰੀ ਰਾਜੇ ਪੋਪੂਲਰ ਠੀਕ ਹੈ। ਉਹ ਕਹਿੰਦੇ ਅਕੋਰਡਿੰਗ ਟੂ ਦ ਪ੍ਰੀਵੇਲਿੰਗ ਥਿਊਰੀ ਦੇ ਆਰ ਵਰਕ ਆਫ ਪੋਪੂਲੇਸ਼ਨ दैट ਇਨਹੈਬਿਟਡ ਦ ਏਰੀਆ ਅੰਟਿਲ ਰੋਮਨ ਟਰੂਪਸ ਡਿਸਟਰॉयड द ਸੈਟਲਮੈਂਟ ਅਰਾਊਂਡ 70 CE। ਉਹ ਕਹਿੰਦੇ ਕਿ ਹੋ ਸਕਦਾ ਕਿ ਉਹਨਾਂ ਲੋਕਾਂ ਨੇ ਲਿਖੇ ਹੋਣ ਜਿਹੜੇ ਉਸ ਏਰੀਆ 'ਚ ਰਹਿੰਦੇ ਸੀ ਰੋਮਨਸ ਦੇ ਆਉਣ ਤੋਂ ਪਹਿਲਾਂ। The area was known as Judea at that time and the people are thought to have belonged to a group called the Essenes। ਤਾਂ ਗਰੁੱਪ ਦਾ ਨਾਮ ਦੱਸਦਾ ਹੈ ਨਾ ਆਪਾਂ ਵੀ ਉਹਨਾਂ ਦੇ ਗਰੁੱਪ ਦਾ ਨਾਮ ਦੱਸਣਾ ਸੀ। ਤਾਂ ਇੱਥੇ ਹੁਣ ਜਿਹੜਾ ਹੈਗਾ ਆਪਣਾ ਆਨਸਰ ਕੀ ਆ ਗਿਆ ਤਾਂ ਤੁਸੀਂ ਇੱਥੇ ਗਰੁੱਪ ਦਾ ਨਾਮ ਦੇਤਾ ਠੀਕ ਹੈ। ਰਿਟਨ ਮੇਨਲੀ ਇਨ ਦ ਡੈਸ਼ ਲੈਂਗੁਏਜ। ਹੁਣ ਆਪਾਂ ਦੇਖਣਾ ਹੈਗਾ ਕਿ ਉਹ ਸਕਰੋਲ ਕਿਹੜੀ ਭਾਸ਼ਾ 'ਚ ਲਿਖੇ ਗਏ ਆ ਹੈ ਨਾ ਮੇਨਲੀ ਜਾਂ ਮੇਨ ਕਿਹੜੀ ਭਾਸ਼ਾ ਉਹਨਾਂ ਸਕਰੋਲਸ ਵਾਸਤੇ ਵਰਤੀ ਗਈ ਆ। ਤਾਂ ਆਪਾਂ ਇੱਥੋਂ ਤੱਕ ਡਨ ਕਰਤਾ ਅੱਗੇ ਪੜ੍ਹਦੇ ਹਾਂ। ਤਾਂ ਆਪਾਂ ਕੀ ਕਿਹਾ ਦ ਮੈਜੋਰਿਟੀ ਆਫ ਟੈਕਸਟ ਮੈਜੋਰਿਟੀ ਆਫ ਦੇ ਲਈ ਉੱਥੇ ਉਹਨਾਂ ਨੇ ਵਰਡ ਕੀ ਯੂਜ਼ ਕੀਤਾ ਹੈਗਾ ਮੇਨਲੀ ਹੈ ਨਾ। ਟੈਕਸਟ ਔਨ ਦ ਡੈਡ ਸੀ ਸਕਰੋਲਸ ਆਰ ਇਨ Hebrew with some fragments written in the ancient version of this alphabet thought to have fallen out of use in 5th century BEC। ਤਾਂ ਆ ਕੀ ਹੈਗੀ ਆ ਲੈਂਗੁਏਜ ਦਾ ਨਾਮ ਆ ਹੈਬਰਿਊ। ਤਾਂ ਕਿਹੜੀ ਭਾਸ਼ਾ 'ਚ ਲਿਖੇ ਗਏ ਹੈਗੇ ਆ ਆਪਾਂ ਦੱਸਤਾ ਲਾ। ਤਾਂ ਹੁਣ ਦੇਖੋ ਫਿਲ ਇਨ ਦਾ ਬਲੈਂਕਸ ਡਨ ਹੋ ਗਿਆ। ਹੁਣ ਆਪਾਂ ਆ ਗਏ ਟਰੂ ਫਾਲਸ ਤੇ ਪਹਿਲਾ ਕੀ ਹੈਗਾ ਕਿ ਜ਼ਿਆਦਾ ਬੁੱਕਸ ਹੁਣ ਦੇਖੋ ਇੱਥੇ ਤੁਹਾਡਾ ਕੀਵਰਡ ਕੀ ਆ ਬਾਈਬਲ ਹੈ ਨਾ। ਮੋਸਟ ਆਫ ਦਾ ਬੁੱਕਸ ਆਫ ਬਾਈਬਲ ਦੀਆਂ ਜ਼ਿਆਦਾਤਰ ਕਿਤਾਬਾਂ ਉਹ ਕਹਿੰਦੇ ਰਿਟਨ ਔਨ ਦਾ ਸਕਰੋਲਸ ਆਰ ਇਨਕੰਪਲੀਟ। ਜ਼ਿਆਦਾਤਰ ਬਾਈਬਲ ਦੀਆਂ ਕਿਤਾਬਾਂ ਜਿਹੜੀਆਂ ਸਕਰੋਲਸ ਤੇ ਲਿਖੀਆਂ ਗਈਆਂ ਨੇ ਇਨਕੰਪਲੀਟ ਨੇ। ਚਲੋ ਅੱਗੇ ਪੜ੍ਹਦੇ ਹਾਂ। ਉਹ ਕਹਿੰਦੇ ਭਾਸ਼ਾ ਇੱਥੋਂ ਤੱਕ ਆਪਣੇ ਕੋਲ ਆਊਟ ਆਫ ਦਾ ਯੂਜ਼ ਚੱਲ ਗਈ। ਸਮ ਸਕਰੋਲਸ ਆਰ ਇਨ ਅਦਰ ਲੈਂਗੁਏजेस। ਹੁਣ ਦੇਖੋ ਇੱਥੇ ਸਾਰੇ ਕਿਤੇ ਲੈਂਗੁਏजेस ਦੀ ਗੱਲ ਕੀਤੀ ਹੋਊਗੀ ਲੈਂਗੁਏजेस ਨਾਲ ਆਪਣਾ ਲੈਣਾ ਦੇਣਾ ਹੀ ਨਹੀਂ ਹੈਗਾ। ਅੱਗੇ ਮੂਵ ਕਰਦੇ ਹਾਂ ਠੀਕ ਹੈ। ਦ ਡੈਡ ਸਕਰੋਲਸ ਇਨਕਲੂਡ ਫ੍ਰੈਗਮੈਂਟਸ from every book of the Old Testament of Bible except for the book of
ਐਸਥਰ, ਉਹ ਕਹਿੰਦੇ ਐਸਥਰ ਦੀ ਕਿਤਾਬ ਨੂੰ ਛੱਡ ਕੇ ਬਾਕੀ ਸਾਰੀਆਂ ਕਿਤਾਬਾਂ ਦੇ ਜਿਹੜੇ ਹੈਗੇ ਆ ਫਰੈਗਮੈਂਟਸ ਹੈਗੇ ਆ, ਮਤਲਬ ਹਿੱਸੇ ਹੈਗੇ ਆ, ਉਹ ਇਹਨਾਂ ਦੇ ਵਿੱਚ ਪਾਏ ਜਾਂਦੇ ਆ, ਮਤਲਬ ਇਹਨਾਂ ਸਕਰੋਲਸ ਦੇ ਵਿੱਚ ਉਹ ਲਿਖੇ ਹੋਏ ਆ। ਤਾਂ ਆਹੀ ਚੀਜ਼ ਇਹਨਾਂ ਨੇ ਇੱਥੇ ਕਹੀ ਸੀਗੀ, most of the books of the Bible written on scrolls are incomplete। incomplete ਦਾ ਮਤਲਬ ਕੀ ਹੋ ਗਿਆ? ਦੇਖੋ incomplete ਕੀ ਹੋ ਗਿਆ? ਅਧੂਰੀ। ਉਹ ਕਿਤਾਬਾਂ ਜਿਹੜੀਆਂ ਹੈਗੀਆਂ ਲਿਖੀਆਂ ਗਈਆਂ ਨੇ ਸਕਰੋਲਸ ਦੇ ਉੱਤੇ ਉਹ ਅਧੂਰੀਆਂ ਨੇ, ਤੇ ਇੱਥੇ ਵੀ ਇਹਨਾਂ ਨੇ ਆਹੀ ਗੱਲ ਕਹੀ ਹੈ। ਦੇਖੋ the Dead Sea Scrolls include fragments। fragments ਕੀ ਹੋ ਗਿਆ? ਹਿੱਸੇ। ਉਹਨਾਂ ਦੇ ਉੱਤੇ ਜਿਹੜੀਆਂ ਇਹਨਾਂ ਕਿਤਾਬਾਂ ਦੇ ਹਿੱਸੇ ਲਿਖੇ ਗਏ ਆ from every book of the old Bible except for this। ਤਾਂ ਆਹ ਕਿਤਾਬ ਨੂੰ ਛੱਡ ਕੇ ਬਾਕੀ ਸਾਰੀਆਂ ਕਿਤਾਬਾਂ ਦੇ ਕੀ ਹੈ? ਕੁਝ ਕੁ ਹਿੱਸੇ, ਕੁਝ ਕੁ ਫਰੈਗਮੈਂਟਸ, ਮਤਲਬ ਮੰਨ ਲਓ ਵੀ 10 ਪੇਜ ਚੱਕ ਕੇ ਲਿਖਤੇ, 15 ਪੇਜ ਚੱਕ ਕੇ ਲਿਖਤੇ, ਤਾਂ ਮੈਂ ਕੀ ਆ ਫਰੈਗਮੈਂਟਸ ਐਡ ਕੀਤੇ ਹੈਗੇ ਆ। ਤਾਂ ਇੱਥੇ ਵੀ ਉਹਨਾਂ ਨੇ ਇਹੀ ਕਿਹਾ ਕਿ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਨੇ ਉਹ ਇਨਕੰਪਲੀਟ ਨੇ। ਸੋ ਆਵਰ ਆਨਸਰ ਇਜ਼ ਟਰੂ। ਨੈਕਸਟ ਆ ਗਿਆ the information on the copper scroll। ਹੁਣ ਆ ਤੁਹਾਡਾ ਕੀਵਰਡ ਹੈ। ਜਦੋਂ ਤੁਸੀਂ copper scroll ਸ਼ਬਦ ਲੱਭ ਲਿਆ, ਉਹਦੇ ਤੋਂ ਅਗਲੀਆਂ 2 ਲਾਈਨਾਂ ਜਾਂ ਪਿਛਲੀਆਂ 2 ਲਾਈਨਾਂ 'ਚ ਆਨਸਰ ਹੋਊਗਾ ਇਹ, ਠੀਕ ਹੈ। ਉਹ ਕਹਿੰਦੇ the information on copper scroll is written in an unusual way। usual ਕਿਹੜਾ ਹੋ ਗਿਆ? ਜਿਹੜਾ ਨਾਰਮਲ ਯੂਜ਼ ਹੋਣ ਵਾਲਾ ਤਰੀਕਾ ਹੈ। unusual ਕਿਹੜਾ ਹੋ ਗਿਆ? ਜਿਹੜਾ ਨਾਰਮਲ ਨਹੀਂ ਹੈਗਾ। ਤਾਂ ਉਹ ਕਹਿੰਦੇ ਕਿ ਜਿਹੜੀ ਇਨਫੋਰਮੇਸ਼ਨ ਲਿਖੀ ਗਈ ਆ ਕਾਹਦੇ ਤੇ? ਕਾਪਰ ਸਕਰੋਲ ਦੇ ਉੱਤੇ, ਉਹ ਕੀ ਆ? ਅਨਯੂਜੂਅਲ ਤਰੀਕੇ ਨਾਲ ਲਿਖੀ ਗਈ ਆ। ਤਾਂ ਆਪਾਂ ਦੇਖਦੇ ਹਾਂ ਕੀ ਕਹਿੰਦੇ ਆ। ਤਾਂ ਹੁਣ ਤੁਸੀਂ ਇੱਥੇ ਦੇਖੋ ਕਾਪਰ ਸਕਰੋਲ, ਤੁਹਾਨੂੰ ਕਿਤੇ ਵਰਡ ਦੇਖ ਰਿਹਾ, ਆਪਾਂ ਇਹਦੇ ਉੱਪਰ ਦੀ ਮਤਲਬ ਫਿੰਗਰ ਆਪਾਂ skimming ਕਰਨੀ ਹੈ until unless we are not able to find the copper scroll। The only entire book of Hebrew Bible preserved among the manuscripts from Qumran is Isaiah। This copy dated for the 1st century BEC, considered the earliest biblical manuscript still in existence। Along with the biblical text, the scroll include document about this regulation and religious writing to do not appear in the Old Testament। नहीं जी, copper scroll ਦੀ ਕੋਈ ਗੱਲ ਨਹੀਂ ਕੀਤੀ ਗਈ, ਠੀਕ ਹੈ। ਹੁਣ ਦੇਖੋ ਆਹ ਵਰਡ ਤੁਹਾਨੂੰ ਇੱਥੇ ਲੱਭਣ ਦਿਆ ਹੋਊਗਾ copper scroll, ਠੀਕ ਹੈ। ਸੋ ਬੇਸਿਕਲੀ ਆ ਮੇਰਾ ਕੀਵਰਡ ਹੈ, ਇਹਦੇ ਆਸ-ਪਾਸ ਦੇਖਣਾ ਹੈਗਾ। ਤਾਂ ਜਦੋਂ ਤੁਸੀਂ ਰੀਡਿੰਗ ਪੇਪਰ 'ਚ ਕਰ ਰਹੇ ਹੋ, ਤੁਹਾਡਾ ਧਿਆਨ ਹੋਵੇ ਹੁਣ ਮੈਂ ਕਾਪਰ ਸਕਰੋਲ ਵਰਡ ਲੱਭਣਾ ਹੈਗਾ, ਤਾਂ ਆਹ ਚੀਜ਼ ਪੜ੍ਹਨੀ ਨਹੀਂ ਹੈ ਜਿਹੜੀ ਮੈਂ ਪੜ੍ਹਨ ਦੀ ਕੋਸ਼ਿਸ਼ ਕਰਨ ਦੀ ਹਾਂ, ਠੀਕ ਹੈ। ਤਾਂ ਆਪਾਂ ਇੱਥੋਂ ਰੀਡ ਕਰਦੇ ਹਾਂ ਕਿ ਪੜ੍ਹ ਲਈ, ਇੱਕ ਵਾਰ ਪੜ੍ਹ ਹੀ ਲੈਂਦੇ ਹਾਂ। ਉਹ ਕਹਿੰਦੇ ਜਿਹੜੀਆਂ ਰਾਈਟਿੰਗ ਸੀਗੀਆਂ, ਦਾ ਰਾਈਟਿੰਗ ਔਨ ਡੈਡ ਸੀ ਸਕਰੋਲ is mostly in black or occasionally in red ink। ਉਹ ਕਹਿੰਦੇ ਜਿਹੜੀ ਰਾਈਟਿੰਗ ਹੈ, ਜਿਹੜੀ ਚੀਜ਼ ਨਾਲ ਲਿਖਿਆ ਗਿਆ ਉਹ ਬਲੈਕ ਇੰਕ ਹੈ, ਕਿਤੇ ਕਿਤੇ ਰੈਡ ਵੀ ਯੂਜ਼ ਕੀਤੀ ਗਈ ਹੈ। and scroll themselves are nearly all made of neither parchment, animal skill or an early form of paper called papyrus। papyrus ਦੀ ਤੁਹਾਨੂੰ ਵੈਸੇ ਰੀਡਿੰਗ ਵੀ ਹੈਗੀ ਹੈ। ਤਾਂ ਉਹ ਕਹਿੰਦੇ ਕਿ ਅਰਲੀ ਪੇਪਰ ਤੋਂ ਬਣੇ ਸੀ ਜਾਂ ਐਨੀਮਲ ਸਕਿਨ ਤੋਂ ਬਣੇ ਹੋਏ ਸੀ। The only exception is scroll number 3Q15 which was created out of combination of copper and tin। ਤਾਂ ਕਹਿੰਦੇ ਕਿ ਇੱਕ ਜਿਹੜਾ ਹੈਗਾ ਇੱਕ ਐਕਸੈਪਸ਼ਨ ਸੀਗੀ, ਉਹਦਾ ਨੰਬਰ ਦਿੱਤਾ ਹੋਇਆ, ਜਿਹੜਾ ਕੀ ਸੀਗਾ? ਕੰਬੀਨੇਸ਼ਨ ਸੀਗਾ ਕਾਹਦਾ? ਕਾਪਰ ਦਾ ਤੇ ਟਿਨ ਦਾ, known as copper scroll। this curious document, ਉਹ ਕਹਿੰਦੇ ਜਿਹੜਾ ਇੰਟਰਸਟਿੰਗ ਜਿਹਾ ਡਾਕੂਮੈਂਟ ਸੀ, features letter chiseled onto metal, मतलब कि letter engraved on the metal, perhaps as some have theorized to be better withstand the passage of time। ਤਾਂ ਇਹਦੇ ਤੇ ਜਿਹੜੇ ਲੈਟਰ ਹੈਗੇ ਆ ਲਿਖੇ ਨਹੀਂ ਗਏ ਸੀਗੇ, ਇਨਕਾਬ ਕੀਤੇ ਗਏ ਸੀ ਤਾਂ ਕਿ ਉਹ ਜ਼ਿਆਦਾ ਸਮਾਂ ਕੱਢ ਸਕਣ। one of the most intriguing ਕੀ ਹੋ ਗਿਆ? interesting manuscripts from Qumran। This is a sort of ancient treasure map। ਹੁਣ ਦੇਖੋ ਪਿਛਲੇ ਸਾਰੇ ਮੈਨੂਸਕ੍ਰਿਪਟ ਕਾਹਦੇ ਤੇ ਆਪ ਗੱਲ ਕਰ ਰਹੇ ਹਾਂ? ਬਾਈਬਲ ਦੇ ਹਿੱਸਿਆਂ ਤੇ। ਹੁਣ ਵਾਲਾ ਮੈਨੂਸਕ੍ਰਿਪਟ ਕੀ ਦੇ ਰਿਹਾ? ancient treasure, ancient map ਦੇ ਰਿਹਾ, ਖਜ਼ਾਨੇ ਦਾ ਮੈਪ ਦੇ ਰਿਹਾ, ਠੀਕ ਹੈ। ancient treasure map that list dozen of gold and silver caches using an unconventional vocabulary and odd spelling। ਦੇਖੋ ਜੀ unconventional, ਇਸ ਮੈਨੂਸਕ੍ਰਿਪਟ ਦੇ ਉੱਤੇ ਜਿਹੜੀ ਵੋਕੈਬਲਰੀ ਤੇ ਜਿਹੜੀ ਉਹਨਾਂ ਨੇ ਕੀ ਕਿਹਾ ਸਪੈਲਿੰਗ ਦਿੱਤੀ ਗਈ ਆ, ਉਹ ਕੀ ਆ? ਅਨਕਨਵੈਨਸ਼ਨਲ ਹੈ।
ਹਮੇਸ਼ਾ ਯੂਜ਼ ਕੀਤੀ ਜਾਣ ਵਾਲੀ ਨਹੀਂ ਹੈਗੀ ਤੇ ਆਹੀ ਚੀਜ਼ ਤਾਂ ਇਹਨਾਂ ਨੇ ਇੱਥੇ ਕਹੀ ਹੈਗੀ ਆ the information on copper scroll is written in unusual way unusual ਦਾ ਉੱਥੇ ਉਹਨਾਂ ਨੇ word ਕੀ use ਕੀਤਾ ਹੈਗਾ unconventional ਤਾਂ ਉਹਨਾਂ ਨੇ ਕੀ ਕਿਹਾ ਆ ਉਹ ਜਿਹੜੀ ਇਨਫੋਰਮੇਸ਼ਨ ਉਹਨਾਂ ਨੇ ਇਨਕ੍ਰੇਵ ਕੀਤੀ ਹੈਗੀ ਆ ਉਹ ਅਨਕਨਵੈਨਸ਼ਨਲ ਤਰੀਕੇ ਨਾਲ ਲਿਖੀ ਗਈ ਆ ਮਤਲਬ ਅਨਯੂਜੂਅਲ ਵੇ ਨਾਲ ਲਿਖੀ ਗਈ ਆ ਆਨਸਰ ਇਜ਼ ਟਰੂ ਠੀਕ ਹੈ ਉਹ ਕਹਿੰਦੇ ਮਾਰਸ ਮਿਊਲ ਵਾਸ ਗਿਵਨ ਸਮ ਆਫ ਦ ਸਕਰੋਲ ਐਜ਼ ਅ ਗਿਫਟ ਆ ਕੋਈ ਪਰਸਨ ਦਾ ਨਾਮ ਹੈ ਜਿਹਨੂੰ ਕੁਝ ਸਕਰੋਲ ਕੀ ਮਿਲੇ ਸੀ ਤੋਹਫੇ ਦੇ ਤੌਰ ਤੇ ਮਿਲੇ ਸੀ ਹਨਾ ਵਾਸ ਗਿਵਨ ਇਹਨੂੰ ਕੁਝ ਸਕਰੋਲ ਦਿੱਤੇ ਗਏ ਸੀਗੇ ਤੋਹਫੇ ਦੇ ਤੌਰ ਤੇ ਹੁਣ ਦੇਖੋ अगर मैं आ पैराग्राफ की गल करा आ पैराग्राफ हुण मेरा कॉपर वाले ते है मैं छड़ दूंगी इस पैराग्राफ नूं मैनूं पता है इत्थे मार्स म्यूल की गल नहीं होनी है कॉपर की गल ही कर रहे हैं ठीक है उस तो अगे पढ़ते हैं आपां हुण अपना कीवर्ड हैगा जी मार्स म्यूल देखिए जी कित्थे हैगा अपना कीवर्ड ओके ਹੁਣ देखो जी इत्थे देखो some of the dead screw known as this मार्स म्यूल कीवर्ड थे आ गया जी ਇਹਦੇ ਆਸ-ਪਾਸ ਹੋਣਾ ਹੁਣ ਤੇ ਆਪਣਾ ਆਪਾਂ ਲੱਭਣਾ ਕੀ ਹੈ ਕਿ ਮਾਰਸ ਮਿਊਲ ਨਾਮ ਦਾ ਜਿਹੜਾ ਬੰਦਾ ਸੀ ਉਹਨੂੰ ਕੁਝ ਸਕ੍ਰਿਪਟਸ ਜਿਹੜੇ ਹੈਗੇ ਆ ਤੋਹਫੇ ਦੇ ਤੌਰ ਤੇ ਮਿਲੇ ਸੀ ਜੀ ਦੇਖਦੇ ਆ some of Dead Sea Scroll have been interesting journeys in 1948 Syrian Orthodox Archbishop known as ਉਹ ਕਹਿੰਦੇ ਜਿਹੜਾ ਸੀਰੀਆ ਦਾ ਕ੍ਰਿਸਚਨ ਧਰਮ ਨੂੰ ਮੰਨਣ ਵਾਲਾ ਬੰਦਾ ਸੀ ਆਰਚਬਿਸ਼ਪ ਸੀਗਾ ਜਿਹਦਾ ਨਾਮ ਸੀਗਾ ਮਾਰਸ ਮਿਊਲ acquired मतलब got है ना acquire get तो got है ना उन्हें acquire कीते 4 of original 7 स्क्रॉल मिले सी 7 चों 4 बंदे नूं मिले 7 स्क्रॉल from a Jerusalem shoemaker and part-time antiquity dealer paying less than $100 for them इन्हें की कीता आ पैसे दिते आ पे कीता आ ते अगर पे कीता मतलब इहनूं तोहफे ते बिल्कुल नहीं मिले खरीदे आ इहने ते इत्थे आपां नूं इन्हां ने की कहा सी कि ओह वाले जिहड़े हैगे आ स्क्रॉल्स ओहनूं की हैगे आ रह गए अपनियां नहीं डन हो गई किहदे द्वारा लिखे गए ठीक है तो इत्थे देखो ਉਹ ਕਹਿੰਦੇ in the ਹਾਂਜੀ ਮਾਰਸ ਮਿਊਲ ਵਾਸ ਗਿਵਨ ਸਮ ਆਫ these scrolls as gift ਤਾਂ ਆਪਣਾ ਆਨਸਰ ਕੀ ਆ ਗਿਆ ਜੀ ਫਾਲਸ ਆ ਗਿਆ ਕਿਉਂ ਕਿਉਂਕਿ ਮਾਰਸ ਮਿਊਲ ਨੇ ਉਹ ਖਰੀਦੇ ਆ ਤੋਹਫਾ ਨਹੀਂ ਮਿਲਿਆ ਉਹਨੂੰ ਠੀਕ ਹੈ ਅੱਗੇ ਪੜ੍ਹਦੇ ਆ in the early 1950s a number of educational establishments ਕੀ ਹੋ ਗਿਆ ਯੂਨੀਵਰਸਿਟੀ ਕਾਲਜਸ ਉਹ ਕਹਿੰਦੇ ਕਾਫੀ ਸਾਰੇ educational colleges ਜਾਂ universities in US were keen to मतलब were interested to बहुत सारे ਜਿਹੜੇ ਹੈਗੇ ਆ ਆਪਣੇ ਕੋਲੇ ਐਜੂਕੇਸ਼ਨਲ ਇੰਸਟੈਬਲਿਸ਼ਮੈਂਟ ਸੀਗੀਆਂ ਉਹ ਇੰਟਰਸਟਡ ਸੀਗੀਆਂ ਕਾਦੇ ਕਰਕੇ ਟੂ ਬਾਈ ਸਕਰੋਲਸ ਫਰੋਮ ਮਾਰਸ ਮਿਊਲ ਤਾਂ ਹੁਣ ਦੇਖੋ 7 ਜੋ 4 ਮਿਲੇ ਇਹਨੂੰ ਹਨਾ ਤੇ ਆਪਾਂ ਇਹ ਜਾਨਣਾ ਚਾਹ ਰਹੇ ਹਾਂ ਕਿ ਉੱਥੋਂ ਦੇ ਜਿਹੜੇ ਯੂਐਸ ਦੇ ਕਾਲਜਸ ਜਾਂ ਯੂਨੀਵਰਸਿਟੀ ਸੀ ਕਿ ਉਹ ਬੜੀਆਂ ਇੰਟਰਸਟਡ ਸੀਗੀਆਂ ਉਹਨਾਂ ਨੂੰ ਲੈਣ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਕੀ ਕਹਿੰਦੇ ਆ हाँ जी तो इत्थों तक हो गया जी $100 लै दे के खरीद ले दैन ही ट्रैवल्ड टू यूनाइटेड स्टेट्स गल होगी जी यूएस पहुंच गया बंदा अपना एंड अनसक्सेसफुली ऑफर्ड them to a number of universities including Yale तो उन्हें बहुत सारियां यूनिवर्सिटियां नूं उह स्क्रॉल्स देण दी कोशिश कीती अगे की कहंदे finally in 1954 he placed an advertisement in the business newspaper the Wall Street Journal under the category miscellaneous items for the sale that read biblical manuscripts dating back at least 200 BC are for sale ਤਾਂ ਮਤਲਬ ਇਹਨੇ ਪਹਿਲਾਂ ਯੂਨੀਵਰਸਿਟੀਆਂ ਜਾਂ ਕਾਲਜਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਯੇਲ ਯੂਨੀਵਰਸਿਟੀ ਵੀ ਗਿਆ ਪਰ ਉਹਨਾਂ ਫੜੇ ਨਹੀਂ ਇਹਦੇ ਹਨਾ ਮੈਨੂਸਕ੍ਰਿਪਟਸ ਤੇ ਇੱਥੇ ਇਹਨਾਂ ਨੇ ਕੀ ਗੱਲ ਕਹੀ ਹੈਗੀ ਆ ਕਿ ਉਹ ਕਾਲਜਸ ਤੇ ਯੂਨੀਵਰਸਿਟੀਆਂ ਦਾ ਬੜੇ ਇੰਟਰਸਟਡ ਸੀਗੇ ਹਨਾ were keen to buy ਤਾਂ ਕੀ ਉਹ ਬੜੇ ਇੰਟਰਸਟਡ ਸੀਗੇ ਬਿਲਕੁਲ ਨਹੀਂ ਜੀ ਤਾਂ ਆਪਣੇ ਕੋਲ ਆਨਸਰ ਕੀ ਆ ਗਿਆ ਫਾਲਸ ਨਹੀਂ ਇੰਟਰਸਟਡ ਸੀਗੇ
the scroll that was pieced together in 2017 ਹੁਣ ਆ ਤੁਹਾਡਾ ਕੀਵਰਡ ਆ ਜਿੱਥੇ ਤੁਹਾਨੂੰ 2017 ਸ਼ਬਦ ਲੱਭੂਗਾ ਤੁਸੀਂ ਉੱਥੇ ਪੜ੍ਹਨਾ ਸ਼ੁਰੂ ਕਰਨਾ ਉਹ ਕਹਿੰਦੇ the scroll that was pieced together in 2017 contains information about annual occasion in Qumran area 2000 years ago annual occasion ਕੀ ਹੋ ਗਿਆ ਕੋਈ ਫੰਕਸ਼ਨ ਕੋਈ ਫੈਸਟੀਵਲ ਹਨਾ 2000 ਸਾਲ ਪਹਿਲਾਂ ਆਹ ਵਾਲੇ ਏਰੀਆ ਦੇ ਕਿਸੇ ਫੈਸਟੀਵਲਸ ਦੀ ਕੀ ਕੰਟੇਨ ਕਰ ਰਿਹਾ ਉਹ ਇਨਫੋਰਮੇਸ਼ਨ ਕੰਟੇਨ ਕਰ ਰਿਹਾ ਆ ਤਾਂ ਹੁਣ ਆਪਾਂ ਦੇਖਦੇ ਹਾਂ ਜੀ ਕਿਹੜੀ ਇਨਫੋਰਮੇਸ਼ਨ ਕੰਟੇਨ ਕਰ ਰਿਹਾ ਤਾਂ ਆਪਾਂ ਦੇਖੋ ਇੱਥੋਂ ਤੱਕ ਪੜ੍ਹ ਲਿਆ ਹੁਣ ਲੱਭੋ 2017 ਆ ਰਿਹਾ ਜੀ in 2017 ਹਨਾ ਆ ਲਾਈਨਾਂ ਨਹੀਂ ਪੜ੍ਹਨੀ ਆ ਤੁਹਾਡਾ ਵੇਸਟ ਆਫ ਟਾਈਮ ਹੈ 2017 ਦੇ ਵਿੱਚ ਉਹ ਕਹਿੰਦੇ ਰਿਸਰਚਰਸ ਫਰੋਮ ਦਾ ਯੂਨੀਵਰਸਿਟੀ ਆਫ ਹਾਈਫਾ ਰਿਸਟੋਰਡ ਐਂਡ ਡਿਸਾਈਫਰ ਕਰਨਾ ਹੁੰਦਾ ਰਾਜੇ ਕਿਸੇ ਚੀਜ਼ ਜਿਹੜੀ ਆਪਾਂ ਕਹਿ ਦਿੰਦੇ ਆ ਹੁਣ ਦੇਖੋ ਜਿਵੇਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਨੇ ਹਨਾ ਉਹਨਾਂ ਭਾਸ਼ਾਵਾਂ ਨੂੰ ਅੰਡਰਸਟੈਂਡ ਕਰਨਾ ਟਰਾਂਸਲੇਟ ਕਰਨਾ ਉਹਦੇ ਲਈ ਵਰਡ ਯੂਜ਼ ਕਰਦੇ ਆ ਆਪਾਂ ਡਿਸਾਈਫਰ ਕਰਨਾ ਹੁਣ ਜਿਹੜੀ ਭਾਸ਼ਾ ਆਪਾਂ ਕਹੀਏ ਕਿ 50 BC ਦੇ ਵਿੱਚ ਬੋਲੀ ਜਾਂਦੀ ਸੀ ਉਹ ਲੋਸਟ ਲੈਂਗੁਏਜ ਹੈ ਅਗਰ ਕੋਈ ਬੰਦਾ ਉਸ ਲੈਂਗੁਏਜ ਨੂੰ ਟਰਾਂਸਲੇਟ ਕਰ ਰਿਹਾ ਤਾਂ ਜਿਹੜੀ ਵੀ ਆਪਾਂ ਕਹਿ ਸਕਦੇ ਜਿਹੜੇ ਵੀ 올ਡ ਟੈਕਸਟ ਨੂੰ ਟਰਾਂਸਲੇਟ ਕਰ ਰਿਹਾ ਉਹਨੂੰ ਕੀ ਕਰ ਰਿਹਾ ਅੰਡਰਸਟੈਂਡ ਕਰ ਰਿਹਾ ਡਿਸਾਈਫਰ ਕਰ ਰਿਹਾ one of the last untranslated scrolls university ਦੇ ਵਿੱਚ ਕਿਸੇ ਬੰਦੇ ਨੇ ਇਹਨਾਂ ਨੂੰ ਜਿਹੜਾ ਹੈਗਾ ਟਰਾਂਸਲੇਟ ਕਰਤਾ the university ਐਸਬਲ ਰੈਸਟੌਨ ਐਂਡ ਜੋਨਾਥਨ ਬੈਨ ਹੁਣ ਆਹ ਨਾਮ ਤੁਸੀਂ ਕਦੇ ਵੀ ਨਹੀਂ ਪੜ੍ਹਨੇ ਸਿੰਪਲ ਜਾਓ spend 1 year reassembling ਕਰਨ ਦੀ 60 fragments that make up the scroll deciphered from the band of coded text on parchment find provides the insight into ਹੁਣ ਦੇਖੋ ਇਹਦੇ ਵਿੱਚ ਇਨਫੋਰਮੇਸ਼ਨ ਕਿਹੜੀ ਆ insight into the community of people who wrote it and the 364 day calendar ਤਾਂ ਉਹਨਾਂ ਨੂੰ ਕੀ ਆ ਉਹਨਾਂ ਨੇ ਡਿਸਾਈਫਰ ਕਰ ਲਿਆ ਪਤਾ ਲਗਾ ਲਿਆ ਲੋਕਾਂ ਬਾਰੇ ਜਿਨ੍ਹਾਂ ਨੇ 364 ਦਿਨਾਂ ਦਾ ਕੈਲੰਡਰ ਬਣਾਇਆ ਸੀ ਕਾਦੇ ਤੇ ਉਸ ਸਕਰੋਲ ਦੇ ਉੱਤੇ and they would have used the scroll names celebrations that indicate shifts in seasons and details to yearly religious events ਆ ਦੇਖੋ ਜੀ ਦੋ ਇਵੈਂਟਸ ਨੂੰ ਜਿਹੜਾ ਹੈਗਾ ਸਕਰੋਲ ਕੀ ਕਰ ਰਿਹਾ ਐਕਸਪਲੇਨ ਕਰ ਰਿਹਾ ਦੋ ਇਵੈਂਟਸ ਦੀ ਜਾਣਕਾਰੀ ਦੇ ਰਿਹਾ ਹੈ known from another dead sea scroll ਜਿਨ੍ਹਾਂ ਬਾਰੇ ਸਾਨੂੰ ਕਿੱਥੋਂ ਪਤਾ ਲੱਗਿਆ ਕਿਸੇ ਹੋਰ ਸਕਰੋਲ ਤੋਂ ਪਤਾ ਲੱਗਿਆ ਤੇ ਆਪਣਾ ਕੁਐਸਚਨ ਕੀ ਕਹਿੰਦਾ ਹੈਗਾ ਕਿ ਉਹਨਾਂ ਨੇ ਜਿਹੜਾ ਸਕਰੋਲ ਪੀਸਡ ਟੁਗੇਦਰ ਇਕੱਠਾ ਕੀਤਾ ਸੀਗਾ ਕੰਟੇਨ ਕਰ ਰਿਹਾ ਇਨਫੋਰਮੇਸ਼ਨ ਐਨੂਅਲ ਓਕੇਜ਼ਨਸ ਦੀ ਕਿੰਨਿਆਂ ਦੀ ਦੋਵਾਂ ਦੀ in the Qumran area 2000 years ago true information ਹੈਗੀ ਆ ਠੀਕ ਹੈ academics at the University of Haifa are currently researching how decipher the final scroll ਹੁਣ ਉਹਨਾਂ ਕੋਲ ਇੱਕ ਸਕਰੋਲ ਬਚਿਆ ਤੇ ਉਹਨੂੰ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਆਪਾਂ ਇਹਨੂੰ ਡਨ ਕਰਦੇ ਆ ਮੈਨੂੰ ਲੱਗਦਾ ਇੱਕ ਅੱਧੀ ਲਾਈਨ ਹੀ ਰਹੀ ਹੈ ਜੀ ਹਾਂਜੀ ਇੱਥੋਂ ਤੱਕ ਹੋ ਗਿਆ only one more known scroll remains untranslated ਹੁਣ ਦੇਖੋ ਇੱਕ ਸਕਰੋਲ ਹੈਗਾ ਜਿਹੜਾ ਹਲੇ ਤੱਕ ਟਰਾਂਸਲੇਟ ਨਹੀਂ ਹੋਇਆ ਪਰ ਇੱਥੇ ਇਹਨਾਂ ਨੇ ਬਿਲਕੁਲ ਇਹ ਗੱਲ ਨਹੀਂ ਕਹੀ ਵੀ ਉਹਨੂੰ ਟਰਾਂਸਲੇਟ ਕਰਨ ਦੀ ਅਸੀਂ ਟਰਾਈ ਕਰ ਰਹੇ ਆ ਜਾਂ ਰੱਖਿਆ ਹੀ ਪਿਆ ਹਲੇ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਸੋ ਇਸ ਪਾਰਟ ਬਾਰੇ ਕਿ ਉਹਨੂੰ ਡਿਸਾਈਫਰ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰੋਵਾਈਡਡ ਨਹੀਂ ਹੈਗੀ ਤਾਂ ਇੱਥੇ ਜਿਹੜਾ ਇਹਦਾ ਆਨਸਰ ਤੁਹਾਡੇ ਕੋਲ ਆ ਗਿਆ ਉਹਨਾਂ ਨੇ ਕੀ ਕਿਹਾ ਐਕੈਡੈਮਿਕਸ ਐਟ ਦ ਯੂਨੀਵਰਸਿਟੀ ਆਫ ਹਾਈਫਾ ਕਰੰਟਲੀ ਰਿਸਰਚਿੰਗ ਹਾਊ ਟੂ ਡਿਸਾਈਫਰ ਉਹ ਕਹਿੰਦੇ ਕਿ ਉਹ ਰਿਸਰਚ ਕਰ ਰਹੇ ਹੈਗੇ ਆ ਕਿ ਕਿਵੇਂ ਡਿਸਾਈਫਰ ਕਰਨਾ ਨਹੀਂ ਜੀ ਸਾਨੂੰ ਰਿਸਰਚ ਬਾਰੇ ਕੋਈ ਸ਼ਬਦ ਹੀ ਦੱਸਿਆ ਨਹੀਂ ਹੈਗਾ ਜਾਂ ਇਹ ਨਹੀਂ ਦੱਸਿਆ ਕਿ ਉਹਨੂੰ ਡਿਸਾਈਫਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਸੋ ਯੋਰ ਆਨਸਰ ਇਜ਼ ਨਾਟ ਗਿਵਨ ਠੀਕ ਆ ਸੋ ਇਹਦੇ ਨਾਲ ਹੀ ਰਾਜੇ 17 ਟੈਸਟ 2 ਪਾਰਟ 1 ਜਿਹੜਾ ਆਪਣੇ ਕੋਲੇ ਡਨ ਹੋ ਗਿਆ ਆਈ ਹੋਪ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਆਈਆਂ ਹੋਣ ਜੇ ਫਿਰ ਵੀ ਕੁਝ ਨਹੀਂ ਸਮਝ ਆਇਆ ਸੋ ਯੂ ਕੈਨ ਕੰਟੈਕਟ ਮੈਕਸ ਓਵਰਸੀਜ਼ ਦੈਟਸ ਆਲ ਫॉर ਟੁਡੇਜ਼ ਕਲਾਸ ਥੈਂਕ ਯੂ एवरीवन